ਸਤਿ ਸ੍ਰੀ ਅਕਾਲ ਦੋਸਤੋ। ਅੱਜ ਆਪਾਂ ਕਹਾਣੀ ਪੜਾਂਗੇ ਆਖਰ ਕਿਵੇਂ ਦੂਰ ਹੋਈ ਖੁਸ਼ੀ ਦੀ ਨਫ਼ਰਤ ਆਪਣੇ ਪਿਤਾ ਤੋਂ। ਅੱਜ ਮੈਂ ਉਹ ਸਭ ਕੁਝ ਦੇਖਿਆ ਜਿਸ ਨੂੰ ਦੇਖਣ ਦੀ ਮੈਂ ਕਲਪਨਾ ਵੀ ਨਹੀਂ ਕਰ ਸਕਦੀ ਸੀ। ਕਾਲਜ ਤੋਂ ਘਰ ਪਰਤਦਿਆਂ ਮੈਂ ਪਿਤਾ ਜੀ ਨੂੰ ਆਪਣੀ ਕਾਰ ਵਿੱਚ ਇੱਕ ਬਹੁਤ ਹੀ ਸੁੰਦਰ ਔਰਤ ਨਾਲ ਬੈਠੇ ਦੇਖਿਆ। ਜਿਸ ਢੰਗ ਨਾਲ ਉਹ ਔਰਤ ਡੈਡੀ ਨਾਲ ਗੱਲ ਕਰ ਰਹੀ ਸੀ, ਉਸ ਨੂੰ ਦੇਖ ਕੇ ਕੋਈ ਵੀ ਅੰਦਾਜ਼ਾ ਲਗਾ ਸਕਦਾ ਸੀ ਕਿ ਉਹ ਡੈਡੀ ਦੇ ਬਹੁਤ ਨੇੜੇ ਸੀ। ਜਦੋਂ 12 ਸਾਲ ਪਹਿਲਾਂ ਮੇਰੀ ਮਾਂ ਦੀ ਮੌਤ ਹੋ ਗਈ ਸੀ ਤਾਂ ਸਾਰੇ ਰਿਸ਼ਤੇਦਾਰਾਂ ਨੇ ਡੈਡੀ ਨੂੰ ਦੂਜਾ ਵਿਆਹ ਕਰਨ ਦੀ ਸਲਾਹ ਦਿੱਤੀ ਸੀ, ਪਰ ਡੈਡੀ ਨੇ ਸਖਤੀ ਨਾਲ ਨਾ ਕਰ ਦਿੱਤੀ ਅਤੇ ਕਿਹਾ ਕਿ ਮੈਂ ਕਿਸੇ ਵੀ ਹਾਲਤ ਵਿੱਚ ਆਪਣੀ ਧੀ ਖੁਸ਼ੀ ਲਈ ਕੋਈ ਹੋਰ ਮਾਂ ਨਹੀਂ ਲਿਆਵਾਂਗਾ। ਅਤੇ ਡੈਡੀ ਨੇ ਹੁਣ ਤੱਕ ਆਪਣਾ ਵਾਅਦਾ ਨਿਭਾਇਆ ਸੀ, ਪਰ ਅੱਜ ਅਚਾਨਕ ਕੀ ਹੋ ਗਿਆ। ਉਹ ਇੱਕ ਔਰਤ ਦੇ ਨੇੜੇ ਹੋ ਕੇ ਮੇਰੀ ਹੋਂਦ ਨੂੰ ਅੱਖੋਂ ਪਰੋਖੇ ਕਰ ਰਹੇ ਸਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੰਮੀ ਅਤੇ ਡੈਡੀ ਦੀ ਕਦੇ ਨਹੀਂ ਬਣੀ ਸੀ। ਡੈਡੀ ਦਾ ਪਰਿਵਾਰ ਮਾਂ ਦੇ ਪਰਿਵਾਰ ਦੇ ਮੁਕਾਬਲੇ ਘੱਟ ਰੁਤਬੇ ਵਾਲਾ ਸੀ, ਇਸ ਲਈ ਮਾਂ ਆਪਣੀ ਦੌਲਤ ਦੀਆਂ ਕਹਾਣੀਆਂ ਸੁਣਾ ਕੇ ਡੈਡੀ ਨੂੰ ਮਾਨਸਿਕ ਪੀੜਾ ਦਿੰਦੀ ਸੀ। ਅੱਜ ਤੱਕ ਮੈਨੂੰ ਇਹ ਸਮਝ ਨਹੀਂ ਆਈ ਕਿ ਜਦੋਂ ਡੈਡੀ ਅਤੇ ਮੰਮੀ ਦੇ ਵਿਚਕਾਰ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ ਤਾਂ ਡੈਡੀ ਨੇ ਉਸ ਨੂੰ ਆਪਣੀ ਜੀਵਨ ਸਾਥਣ ਕਿਉਂ ਬਣਾਇਆ। ਜਿਵੇਂ ਹੀ ਮੈਂ ਕਾਲਜ ਤੋਂ ਘਰ ਆਈ ਤਾਂ ਕੰਮ ਵਾਲੀ ਮਾਸੀ ਨੇ ਮੇਰੇ ਤੋਂ ਚਾਹ ਬਾਰੇ ਪੁੱਛਿਆ ਤਾਂ ਮੈਂ ਉਸ ਨੂੰ ਇਨਕਾਰ ਕਰ ਦਿੱਤਾ ਅਤੇ ਆਪਣੇ ਕਮਰੇ ਵਿੱਚ ਆ ਗਈ ਅਤੇ ਸਿਰਹਾਣਾ ਮੇਰੇ ਹੰਝੂਆਂ ਨਾਲ ਭਿੱਜਣ ਲੱਗਾ। ਮੈਨੂੰ ਕਰੀਬ 5 ਵਜੇ ਡੈਡੀ ਦਾ ਫੋਨ ਆਇਆ। ਆਪਣੇ ਗੁੱਸੇ 'ਤੇ ਕਾਬੂ ਪਾਉਂਦਿਆਂ ਮੈਂ ਕਿਹਾ, ਡੈਡੀ ਤੁਸੀਂ ਇਸ ਸਮੇਂ ਕਿੱਥੇ ਹੋ? ਪੁੱਤ, ਮੈਂ ਇਸ ਵੇਲੇ ਕਾਰ ਚਲਾ ਰਿਹਾ ਹਾਂ। ਡੈਡੀ ਨੇ ਮਿੱਠੇ ਲਹਿਜੇ ਵਿੱਚ ਕਿਹਾ, ਤੁਹਾਡੇ ਨਾਲ ਕੋਈ ਹੋਰ ਵੀ ਹੈ? ਮੈਂ ਸ਼ੱਕ ਨਾਲ ਪੁੱਛਿਆ, ਓਏ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਸ ਸਮੇਂ ਮੇਰੇ ਨਾਲ ਕੋਈ ਹੋਰ ਵੀ ਹੈ? ਕੀ ਤੁਹਾਨੂੰ ਫੋਨ 'ਤੇ ਕਿਸੇ ਦੀ ਖੁਸ਼ਬੂ ਆ ਗਈ? ਡੈਡੀ ਨੇ ਹੱਸਦਿਆਂ ਕਿਹਾ, ਹਾਂ, ਮੈਂ ਤੁਹਾਡੀ ਇਕਲੌਤੀ ਧੀ ਹਾਂ, ਇਸ ਲਈ ਮੈਨੂੰ ਤੁਹਾਡੇ ਬਾਰੇ ਸਭ ਕੁਝ ਪਤਾ ਲੱਗ ਜਾਂਦਾ ਹੈ। ਮੈਨੂੰ ਦੱਸੋ ਤੁਹਾਡੇ ਨਾਲ ਕੌਣ ਹੈ? ਦੇਖਿਆ ਸਵੀਟਾ, ਮੇਰੀ ਧੀ ਮੇਰੇ ਬਾਰੇ ਹਰ ਖਬਰ ਰੱਖਦੀ ਹੈ। ਮੈਨੂੰ ਇਹ ਸਮਝਣ ਵਿੱਚ ਦੇਰ ਨਾ ਲੱਗੀ ਕਿ ਪਿਤਾ ਜੀ ਨਾਲ ਕਾਰ ਵਿੱਚ ਬੈਠੀ ਔਰਤ ਦਾ ਨਾਂ ਸਵੀਟਾ ਹੈ। ਜਨਾਬ, ਇੱਥੇ ਤੁਸੀਂ ਗਲਤੀ ਕਰ ਰਹੇ ਹੋ। ਮੈਂ ਡੈਡੀ ਦੇ ਮੋਬਾਈਲ ਤੋਂ ਇੱਕ ਔਰਤ ਦੀ ਆਵਾਜ਼ ਸੁਣੀ। ਹੁਣ ਉਹ ਤੁਹਾਡੀ ਨਹੀਂ ਰਹੀ, ਉਹ ਮੇਰੀ ਵੀ ਧੀ ਹੈ। ਉਸ ਔਰਤ ਦਾ ਇਹ ਵਾਕ ਮੇਰੇ ਸੀਨੇ ਵਿੱਚ ਜ਼ਹਿਰੀਲੇ ਤੀਰ ਵਾਂਗ ਲੱਗਾ। ਅਚਾਨਕ ਮੇਰੇ ਦਿਮਾਗ ਵਿੱਚ ਤਣਾਅ ਸ਼ੁਰੂ ਹੋ ਗਿਆ ਅਤੇ ਮੈਂ ਸਾਰੀ ਦੁਨੀਆ ਨੂੰ ਅੱਗ ਲਾ ਦੇਣਾ ਚਾਹੁੰਦੀ ਸੀ। ਖੁਸ਼ੀ ਪੁੱਤਰ, ਤੁਸੀਂ ਲਾਈਨ 'ਤੇ ਹੋ ਤਾਂ ਹੋ ਨਾ? ਡੈਡੀ ਦੀ ਬੇਪਰਵਾਹ ਆਵਾਜ਼ ਸੁਣੀ। ਹਾਂ, ਮੈਂ ਬੇਜਾਨ ਆਵਾਜ਼ ਵਿੱਚ ਕਿਹਾ। ਡੈਡੀ, ਇਹ ਸਭ ਕੀ ਹੋ ਰਿਹਾ ਹੈ? ਤੁਹਾਡੇ ਨਾਲ ਕੌਣ ਹੈ? ਪੁੱਤ, ਘਰ ਆ ਕੇ ਤੈਨੂੰ ਸਭ ਕੁਝ ਦੱਸਾਂਗਾ। ਇਹ ਕਹਿ ਕੇ ਡੈਡੀ ਨੇ ਫੋਨ ਕੱਟ ਦਿੱਤਾ ਅਤੇ ਮੈਂ ਸੋਚਦੀ ਰਹੀ ਕਿ ਇਹ ਸਵੀਟਾ ਕੌਣ ਹੈ? ਇਹ ਡੈਡੀ ਦੀ ਜ਼ਿੰਦਗੀ ਵਿੱਚ ਕਦੋਂ ਅਤੇ ਕਿਵੇਂ ਆਈ? ਡੈਡੀ ਅਤੇ ਸਵੀਟਾ ਬਾਰੇ ਸੋਚਦਿਆਂ ਕਦੋਂ ਮੇਰੀ ਅੱਖ ਲੱਗ ਗਈ, ਮੈਨੂੰ ਪਤਾ ਹੀ ਨਾ ਲੱਗਾ। ਸ਼ਾਮ ਨੂੰ 7 ਵਜੇ ਕੰਮ ਵਾਲੀ ਮਾਸੀ ਨੇ ਮੈਨੂੰ ਜਗਾਇਆ ਅਤੇ ਚਿੰਤਾ ਭਰੀ ਆਵਾਜ਼ ਵਿੱਚ ਕਿਹਾ, ਬੇਟੀ ਖੁਸ਼ੀ, ਕੀ ਗੱਲ ਹੈ? ਤੁਸੀਂ ਅੱਜ ਚਾਹ ਨਹੀਂ ਪੀਤੀ? ਤੁਸੀਂ ਠੀਕ ਤਾਂ ਹੋ ਨਾ? ਹਾਂ ਮਾਸੀ, ਮੈਂ ਠੀਕ ਮਹਿਸੂਸ ਕਰ ਰਹੀ ਹਾਂ। ਡੈਡੀ ਆ ਗਏ ਹਨ? ਮੈਂ ਪੁੱਛਿਆ। ਹਾਂ, ਅਤੇ ਉਹ ਤੁਹਾਨੂੰ ਬੁਲਾ ਰਹੇ ਹਨ। ਉਹਨਾਂ ਨੇ ਤੁਹਾਨੂੰ ਚੰਗੇ ਕੱਪੜੇ ਪਾ ਕੇ ਆਉਣ ਲਈ ਕਿਹਾ ਹੈ। ਇਹ ਕਹਿ ਕੇ ਮਾਸੀ ਕਮਰੇ ਤੋਂ ਬਾਹਰ ਚਲੀ ਗਈ। ਥੋੜ੍ਹੀ ਦੇਰ ਬਾਅਦ ਜਦੋਂ ਮੈਂ ਡਰਾਇੰਗ ਰੂਮ ਵਿੱਚ ਆਈ ਤਾਂ ਮੈਨੂੰ ਸੋਫੇ 'ਤੇ ਬੈਠੀ ਉਹੀ ਔਰਤ ਦਿਖਾਈ ਦਿੱਤੀ ਜਿਸ ਨੂੰ ਮੈਂ ਅੱਜ ਡੈਡੀ ਨਾਲ ਕਾਰ ਵਿੱਚ ਦੇਖਿਆ ਸੀ। ਸਵੀਟਾ, ਇਹ ਮੇਰੀ ਬੇਟੀ ਹੈ ਖੁਸ਼ੀ, ਡੈਡੀ ਨੇ ਔਰਤ ਦੀ ਜਾਣ ਪਛਾਣ ਕਰਾਉਂਦੇ ਹੋਏ ਕਿਹਾ। ਨਾ ਚਾਹੁੰਦੇ ਹੋਏ ਵੀ ਮੈਂ ਹੱਥ ਜੋੜ ਕੇ ਸਲਾਮ ਕੀਤਾ। ਜੁਗ ਜੁਗ ਜਿਓ ਬੇਟੀ। ਉਹ ਆਪ ਉੱਠ ਕੇ ਮੇਰੇ ਨੇੜੇ ਆ ਗਈ ਅਤੇ ਫਿਰ ਮੇਰਾ ਚਿਹਰਾ ਆਪਣੇ ਹੱਥਾਂ ਵਿੱਚ ਲੈ ਕੇ ਉਸਨੇ ਮੇਰਾ ਮੱਥਾ ਚੁੰਮਿਆ। ਜੇ ਮੇਰੀ ਕੋਈ ਬੇਟੀ ਹੁੰਦੀ ਤਾਂ ਉਹ ਬਿਲਕੁਲ ਤੁਹਾਡੇ ਵਰਗੀ ਹੁੰਦੀ। ਤੁਸੀਂ ਸੱਚਮੁੱਚ ਬੜੇ ਪਿਆਰੇ ਹੋ ਬੇਟਾ। ਸਵੀਟਾ, ਇਹ ਵੀ ਤਾਂ ਤੁਹਾਡੀ ਧੀ ਹੀ ਹੈ, ਡੈਡੀ ਹੱਸਦੇ ਹੋਏ ਬੋਲੇ। ਡੈਡੀ ਦੇ ਇਹ ਸ਼ਬਦ ਪਿਘਲੇ ਹੋਏ ਸ਼ੀਸ਼ੇ ਵਾਂਗ ਮੇਰੇ ਕੰਨਾਂ ਵਿੱਚ ਪੈਂਦੇ ਰਹੇ। ਮੈਂ ਆਪਣੇ ਕਮਰੇ ਵਿੱਚ ਜਾ ਕੇ ਫੁੱਟ-ਫੁੱਟ ਕੇ ਰੋਣਾ ਚਾਹੁੰਦੀ ਸੀ। ਆਖਰ ਡੈਡੀ ਨੇ ਮੇਰਾ ਵਿਸ਼ਵਾਸ ਤੋੜ ਦਿੱਤਾ ਸੀ। ਬੇਟੀ, ਤੁਸੀਂ ਕੀ ਕਰ ਰਹੇ ਹੋ? ਸਵੀਟਾ ਨੇ ਮੈਨੂੰ ਆਪਣੇ ਨਾਲ ਬਿਠਾਉਂਦੇ ਹੋਏ ਪੁੱਛਿਆ। ਉਸ ਸਮੇਂ ਮੇਰੀ ਹਾਲਤ ਬੜੀ ਅਜੀਬ ਸੀ। ਉਹ ਔਰਤ ਜਿਸ ਨਾਲ ਮੈਨੂੰ ਨਫ਼ਰਤ ਕਰਨੀ ਚਾਹੀਦੀ ਸੀ, ਉਹ ਮੇਰੇ ਹੋਰ ਨੇੜੇ ਹੁੰਦੀ ਜਾ ਰਹੀ ਸੀ। ਮੈਂ ਉਸ ਨੂੰ ਆਪਣੀ ਪੜ੍ਹਾਈ ਬਾਰੇ ਦੱਸਣ ਲੱਗੀ। ਸਾਡੇ ਦੋਹਾਂ ਵਿਚਕਾਰ ਕਾਫੀ ਗੱਲਬਾਤ ਹੋਈ। ਮਾਸੀ, ਦੇਖੋ ਕੌਣ ਆਇਆ ਹੈ। ਡੈਡੀ ਨੇ ਮਾਸੀ ਨੂੰ ਬੁਲਾਇਆ। ਮੈਂ ਜਾਣਦੀ ਹਾਂ ਕੌਣ ਆਇਆ ਹੈ। ਮਾਸੀ ਨੇ ਚਾਹ ਦੀ ਟਰਾਲੀ ਨਾਲ ਉੱਥੇ ਕਦਮ ਰੱਖਿਆ। ਅਰੇ
ਆਂਟੀ ਤੁਸੀਂ? ਸਵੀਟਾ ਉਸ ਨੂੰ ਦੇਖ ਕੇ ਖੜੀ ਹੋ ਗਈ। ਚਾਹ ਦੀ ਟਰਾਲੀ ਮੇਜ਼ 'ਤੇ ਰੱਖ ਕੇ ਮਾਸੀ ਉਸ ਵੱਲ ਵਧੀ। ਫਿਰ ਦੋਵਾਂ ਨੇ ਪਿਆਰ ਨਾਲ ਜੱਫੀ ਪਾ ਲਈ। ਫਿਰ ਮੈਂ ਉਲਝੀਆਂ ਨਜ਼ਰਾਂ ਨਾਲ ਦੋਹਾਂ ਵੱਲ ਦੇਖਣ ਲੱਗੀ। ਮੈਂ ਇਹ ਤਾਂ ਸਮਝ ਗਈ ਸੀ ਕਿ ਸਵੀਟਾ ਦਾ ਇਸ ਘਰ ਨਾਲ ਬਹੁਤ ਡੂੰਘਾ ਸੰਬੰਧ ਹੈ, ਪਰ ਮੈਨੂੰ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਮਾਸੀ ਤੁਸੀਂ ਇਹਨਾਂ ਨੂੰ ਜਾਣਦੇ ਹੋ? ਮੈਂ ਹੈਰਾਨੀ ਵਾਲੀ ਆਵਾਜ਼ ਵਿੱਚ ਪੁੱਛਿਆ। ਇਸ ਤੋਂ ਪਹਿਲਾਂ ਕਿ ਮਾਸੀ ਕੁਝ ਬੋਲਦੀ, ਪਿਤਾ ਜੀ ਬੋਲੇ, ਬੇਟੀ ਸਵੀਟਾ ਜੀ ਦਾ ਇਸ ਘਰ ਨਾਲ ਡੂੰਘਾ ਸੰਬੰਧ ਹੈ। ਅਸੀਂ ਦੋਵੇਂ ਇੱਕੋ ਕਾਲਜ ਅਤੇ ਇੱਕੋ ਸਕੂਲ ਵਿੱਚ ਪੜ੍ਹਦੇ ਸੀ। ਫਿਰ ਸਵੀਟਾ ਨੇ ਡੈਡੀ ਨੂੰ ਇਸ਼ਾਰਾ ਕੀਤਾ ਤਾਂ ਡੈਡੀ ਨੇ ਝੱਟ ਆਪਣੀ ਗੱਲ ਬਦਲ ਦਿੱਤੀ ਅਤੇ ਸਾਰਿਆਂ ਨੂੰ ਚਾਹ ਪੀਣ ਲਈ ਕਹਿਣ ਲੱਗੇ। ਹੁਣ ਮੈਨੂੰ ਕੁਝ ਸਮਝ ਆਉਣ ਲੱਗ ਪਈ ਸੀ ਕਿ ਮੰਮੀ ਡੈਡੀ ਵਿੱਚ ਅਜਿਹਾ ਕੀ ਸੀ ਕਿ ਉਹ ਇੱਕ ਦੂਜੇ ਨਾਲ ਗੱਲ ਕਰਨਾ ਤਾਂ ਦੂਰ ਦੇਖਣਾ ਵੀ ਪਸੰਦ ਨਹੀਂ ਕਰਦੇ ਸਨ। ਬੇਸ਼ੱਕ ਵਿਆਹ ਤੋਂ ਪਹਿਲਾਂ ਡੈਡੀ ਇਸ ਸਵੀਟਾ ਨਾਲ ਪਿਆਰ ਕਰਦੇ ਸਨ। ਚਾਹ ਪੀਂਦਿਆਂ ਮੈਂ ਸਵੀਟਾ ਨਾਲ ਬਹੁਤ ਗੱਲਾਂ ਕੀਤੀਆਂ। ਉਹ ਬਹੁਤ ਸਮਝਦਾਰ ਸੀ। ਉਹ ਹਰ ਵਿਸ਼ੇ 'ਤੇ ਖੁੱਲ੍ਹ ਕੇ ਬੋਲ ਸਕਦੀ ਸੀ। ਉਸਦੇ ਗਿਆਨ ਨੂੰ ਦੇਖ ਕੇ ਉਸ ਪ੍ਰਤੀ ਮੇਰੀ ਨਫ਼ਰਤ ਦੀ ਬਰਫ਼ ਤੇਜ਼ੀ ਨਾਲ ਪਿਘਲਣ ਲੱਗੀ। ਮੈਨੂੰ ਉਸਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਉਹ ਇੱਕ ਕਾਲਜ ਵਿੱਚ ਪ੍ਰੋਫੈਸਰ ਸੀ। ਉਸਦੇ ਪਤੀ ਦਾ ਕੁਝ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਉਸਦਾ ਆਪਣਾ ਇਕਲੌਤਾ ਪੁੱਤਰ ਵਨੀਤ ਸੀ, ਜੋ ਕਾਰੋਬਾਰ ਦੇ ਸਿਲਸਿਲੇ ਵਿੱਚ ਕੁਝ ਦਿਨਾਂ ਲਈ ਲੰਡਨ ਗਿਆ ਹੋਇਆ ਸੀ। ਰਾਤ ਦੇ ਖਾਣੇ ਤੋਂ ਬਾਅਦ ਜਦੋਂ ਸਵੀਟਾ ਚਲੀ ਗਈ ਤਾਂ ਮੈਂ ਆਪਣੇ ਕਮਰੇ ਵਿੱਚ ਆ ਗਈ। ਮੈਂ ਕਿਤੇ ਪੜ੍ਹਿਆ ਸੀ ਕਿ ਕੁਝ ਔਰਤਾਂ ਦੇ ਭਰਵੱਟੇ 'ਤੇ ਵਿਸ਼ਵ ਰਾਜਨੀਤੀ ਦੀ ਲਿਖਤ ਹੁੰਦੀ ਹੈ। ਪਤਾ ਨਹੀਂ ਕਿੰਨੇ ਸਿੰਘਾਸਨ ਚੜ੍ਹ ਜਾਂਦੇ ਹਨ ਜਦੋਂ ਉਹਨਾਂ ਦੀਆਂ ਪਲਕਾਂ ਹੇਠਾਂ ਉਤਰਦੀਆਂ ਹਨ, ਅਤੇ ਪਤਾ ਨਹੀਂ ਕਦੋਂ ਉਹਨਾਂ ਦੀਆਂ ਪਲਕਾਂ ਉੱਚੀਆਂ ਹੋ ਜਾਂਦੀਆਂ ਹਨ। ਸਵੀਟਾ ਵੀ ਸ਼ਾਇਦ ਉਹਨਾਂ ਔਰਤਾਂ ਵਿੱਚੋਂ ਇੱਕ ਸੀ। ਇਸੇ ਲਈ ਡੈਡੀ ਨੇ ਦੂਜਾ ਵਿਆਹ ਨਾ ਕਰਨ ਦੀ ਸਹੁੰ ਖਾਧੀ ਸੀ। ਉਸ ਨੂੰ ਤੋੜਨ ਲਈ ਤਿਆਰ ਨਾ ਹੁੰਦੇ। ਮੈਂ ਹਰਗਿਜ਼ ਇਹ ਨਹੀਂ ਚਾਹੁੰਦੀ ਸੀ ਕਿ ਇਸ ਉਮਰ ਵਿੱਚ ਡੈਡੀ ਸਵੀਟਾ ਨਾਲ ਵਿਆਹ ਕਰਕੇ ਦੁਨੀਆ ਦੀਆਂ ਨਜ਼ਰਾਂ ਵਿੱਚ ਮਖੌਲ ਦਾ ਪਾਤਰ ਬਣਨ। ਸਵੇਰੇ ਜਦੋਂ ਫੋਨ ਦੀ ਘੰਟੀ ਵੱਜੀ ਤਾਂ ਮੈਂ ਫੋਨ ਚੁੱਕਿਆ ਤਾਂ ਮੈਨੂੰ ਸਵੀਟਾ ਦੀ ਮਿੱਠੀ ਆਵਾਜ਼ ਸੁਣਾਈ ਦਿੱਤੀ। ਸਵੀਟ ਬੇਬੀ, ਮੈਂ ਤੁਹਾਨੂੰ ਡਿਸਟਰਬ ਤਾਂ ਨਹੀਂ ਕੀਤਾ? ਨਹੀਂ ਆਂਟੀ ਜੀ, ਮੈਂ ਹੌਲੀ ਜਿਹੀ ਕਿਹਾ। ਅੱਜ ਮੇਰੇ ਕਾਲਜ ਦੀ ਛੁੱਟੀ ਸੀ, ਇਸ ਲਈ ਮੈਂ ਬਹੁਤ ਦੇਰ ਤੱਕ ਸੌਣ ਦਾ ਆਨੰਦ ਲੈਣਾ ਚਾਹੁੰਦੀ ਸੀ। ਇਸ ਦਾ ਮਤਲਬ ਹੈ ਕਿ ਮੈਂ ਤੁਹਾਡੀ ਨੀਂਦ ਵਿੱਚ ਵਿਘਨ ਪਾ ਦਿੱਤਾ ਹੈ। ਸੌਰੀ ਪੁੱਤਰ। ਨਹੀਂ ਆਂਟੀ ਜੀ, ਅਜਿਹੀ ਕੋਈ ਗੱਲ ਨਹੀਂ ਹੈ। ਤੁਸੀਂ ਦੱਸੋ, ਕਿਵੇਂ ਯਾਦ ਕੀਤਾ? ਅੱਜ ਤੁਹਾਡੀ ਛੁੱਟੀ ਹੈ, ਤੁਸੀਂ ਮੇਰੇ ਘਰ ਆ ਜਾਓ, ਆਪਾਂ ਬਹੁਤ ਗੱਲਾਂ ਕਰਾਂਗੇ। ਕੱਲ੍ਹ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ, ਪਰ ਆਂਟੀ ਡੈਡੀ ਦੀ ਇਜਾਜ਼ਤ ਤੋਂ ਬਿਨਾਂ ਮੈਂ ਜਾਣ-ਬੁੱਝ ਕੇ ਵਾਕ ਅਧੂਰਾ ਛੱਡ ਦਿੱਤਾ। ਮੈਂ ਆਪਣੇ ਡੈਡੀ ਨਾਲ ਗੱਲ ਕਰ ਲਵਾਂਗੀ। ਮੈਂ ਤੁਹਾਡੇ ਡੈਡੀ ਨਾਲ ਗੱਲ ਕਰ ਲਵਾਂਗੀ, ਉਸਨੇ ਅਧਿਕਾਰ ਨਾਲ ਕਿਹਾ। ਉਹ ਇਨਕਾਰ ਨਹੀਂ ਕਰਨਗੇ। ਉਸ ਸਮੇਂ ਸਿਰਫ ਇੱਕ ਸਵਾਲ ਮੇਰੇ ਮਨ ਨੂੰ ਪਰੇਸ਼ਾਨ ਕਰ ਰਿਹਾ ਸੀ ਕਿ ਜਿਸ ਨਾਲ ਮੈਨੂੰ ਨਫ਼ਰਤ ਕਰਨੀ ਚਾਹੀਦੀ ਹੈ, ਮੈਂ ਹੌਲੀ-ਹੌਲੀ ਉਸਦੇ ਨੇੜੇ ਕਿਉਂ ਹੁੰਦੀ ਜਾ ਰਹੀ ਹਾਂ। 1 ਘੰਟੇ ਬਾਅਦ ਮੈਂ ਸਵੀਟਾ ਦੇ ਸਾਹਮਣੇ ਸੀ। ਉਸਨੇ ਪਹਿਲਾਂ ਮੈਨੂੰ ਜੱਫੀ ਪਾਈ, ਫਿਰ ਬੜੇ ਪਿਆਰ ਨਾਲ ਸੋਫੇ 'ਤੇ ਬਿਠਾ ਲਿਆ। ਇਸ ਤੋਂ ਬਾਅਦ ਉਹ ਮੇਰੇ ਲਈ ਨਾਸ਼ਤਾ ਲੈ ਕੇ ਆਈ। ਨਾਸ਼ਤੇ ਦੌਰਾਨ ਮੈਂ ਉਸਨੂੰ ਪੁੱਛਿਆ, ਆਂਟੀ, ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਨੂੰ ਤੁਹਾਨੂੰ ਮਿਲੇ ਨੂੰ 1 ਦਿਨ ਹੀ ਹੋਇਆ ਹੈ। ਸੱਚ ਕਹਾਂ ਤਾਂ ਮੈਂ ਕੱਲ੍ਹ ਤੋਂ ਹੀ ਤੁਹਾਡੇ ਬਾਰੇ ਸੋਚ ਰਹੀ ਹਾਂ। ਜੇਕਰ ਤੁਸੀਂ ਮੈਨੂੰ ਮਿਲਦੇ ਤਾਂ ਚੰਗਾ ਹੁੰਦਾ। ਇਹ ਕਹਿ ਕੇ ਮੈਂ ਉਸਦੇ ਘਰ ਵੱਲ ਦੇਖਣ ਲੱਗ ਪਈ। ਡਰਾਇੰਗ ਰੂਮ ਤੋਂ ਲੈ ਕੇ ਬੈੱਡਰੂਮ ਤੱਕ ਹਰ ਪਾਸੇ ਉਸਦਾ ਸ਼ਿਸ਼ਟਾਚਾਰ ਅਤੇ ਹੁਨਰ ਦਿਖਾਈ ਦੇ ਰਿਹਾ ਸੀ। ਸਭ ਕੁਝ ਸਾਫ਼-ਸੁਥਰਾ ਰੱਖਿਆ ਗਿਆ ਸੀ। ਉਸਦਾ ਘਰ ਇੰਨਾ ਸਾਫ਼-ਸੁਥਰਾ ਤੇ ਖੂਬਸੂਰਤ ਸੀ ਕਿ ਮੈਨੂੰ ਸ਼ੀਸ਼ੇ ਵਰਗਾ ਲੱਗਿਆ ਸੀ। ਉਹਨਾਂ ਦੇ ਸ਼ਿਸ਼ਟਾਚਾਰ ਅਤੇ ਹੁਨਰ ਨੂੰ ਵੇਖ ਕੇ ਮੇਰੇ ਹਿਰਦੇ ਵਿੱਚ ਇੱਕ ਚੀਜ਼ ਜਿਹੀ ਉੱਠ ਰਹੀ ਸੀ ਕਿ ਮੈਂ ਸੋਚ ਰਹੀ ਸੀ ਕਿ ਮੇਰੀ ਮਾਂ ਉਸ ਵਰਗੀ ਹੁੰਦੀ। ਫਿਰ ਮੇਰੀਆਂ ਅੱਖਾਂ ਸਾਹਮਣੇ ਮੇਰੀ ਮਾਂ ਦਾ ਚਿਹਰਾ ਉੱਭਰ ਆਇਆ। ਮੇਰੀ ਮਾਂ ਇੱਕ ਮਗਰੂਰ ਔਰਤ ਸੀ। ਉਸਨੇ ਆਪਣਾ ਜੀਵਨ ਜ਼ਿਆਦਾਤਰ ਡੈਡੀ ਨਾਲ ਲੜਦਿਆਂ ਬਿਤਾਇਆ। ਮੇਰੀ ਮਾਂ ਨੇ ਬੇਸ਼ੱਕ ਮੇਰੇ ਪਿਤਾ ਦੇ ਸਰੀਰ 'ਤੇ ਕਬਜ਼ਾ ਕੀਤਾ, ਪਰ ਉਹ ਉਸਦੇ ਦਿਲ ਵਿੱਚ ਜਗ੍ਹਾ ਨਹੀਂ ਬਣਾ ਸਕੀ ਜੋ ਇੱਕ ਔਰਤ ਆਪਣੇ ਪਤੀ ਦੇ ਦਿਲ ਵਿੱਚ ਬਣਾਉਂਦੀ ਹੈ। ਹੁਣ ਸਵੀਟਾ ਦੀ ਜ਼ਿੰਦਗੀ ਮੇਰੇ ਸਾਹਮਣੇ ਖੁੱਲ੍ਹੀ ਕਿਤਾਬ ਵਾਂਗ ਆ ਗਈ ਸੀ। ਮੇਰੇ ਡੈਡੀ ਲਈ ਉਹਨਾਂ ਦੇ ਦਿਲ ਦੇ ਕੋਨੇ ਵਿੱਚ ਜ਼ਰੂਰ ਜਗ੍ਹਾ ਸੀ, ਪਰ ਉਸਨੇ ਪਿਤਾ ਜੀ ਨਾਲ ਵਿਆਹ ਕਿਉਂ ਨਹੀਂ ਕੀਤਾ, ਇਹ ਮੇਰੀ ਸਮਝ ਤੋਂ ਬਾਹਰ ਸੀ। ਸ਼ਾਮ ਨੂੰ ਡੈਡੀ ਮੈਨੂੰ ਲੈਣ ਆਏ। ਰਸਤੇ ਵਿੱਚ ਮੈਂ ਉਹਨਾਂ ਨੂੰ ਪੁੱਛਿਆ, ਡੈਡੀ, ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਮੈਂ ਤੁਹਾਨੂੰ ਇੱਕ ਗੱਲ ਪੁੱਛ ਸਕਦੀ ਹਾਂ? ਡੈਡੀ ਨੇ ਬੜੀ ਹੈਰਾਨੀ ਨਾਲ ਮੇਰੇ ਵੱਲ ਤੱਕਿਆ, ਫਿਰ ਗੁੱਸੇ ਹੋ ਕੇ ਬੋਲੇ, ਪੁੱਤ, ਅੱਜ ਤੱਕ ਮੈਂ ਤੇਰੀ ਕਿਸੇ ਗੱਲ ਦਾ ਬੁਰਾ ਮੰਨਿਆ ਹੈ ਜੋ ਅੱਜ ਅਜਿਹੀ ਗੱਲ ਕਹਿ ਰਹੀ ਹੈ? ਤੂੰ ਜੋ ਪੁੱਛਣਾ ਚਾਹੀਂ ਪੁੱਛ ਸਕਦੀ ਹੈ। ਮੈਂ ਤੇਰੀ ਕਿਸੇ ਗੱਲ ਦਾ ਬੁਰਾ ਨਹੀਂ ਮਨਾਵਾਂਗਾ।
ਤੁਸੀਂ ਸਵੀਟਾ ਜੀ ਨੂੰ ਪਿਆਰ ਕਰਦੇ ਹੋ ਨਾ? ਮੈਂ ਬਿਨਾਂ ਕਿਸੇ ਭੂਮਿਕਾ ਦੇ ਕਿਹਾ। ਡੈਡੀ ਕਾਫੀ ਦੇਰ ਚੁੱਪ ਰਹੇ, ਫਿਰ ਇੱਕ ਡੂੰਘਾ ਸਾਹ ਲੈ ਕੇ ਬੋਲੇ, ਇਹ ਸੱਚ ਹੈ ਕਿ ਇੱਕ ਸਮਾਂ ਸੀ ਜਦੋਂ ਅਸੀਂ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਹਮੇਸ਼ਾ ਲਈ ਇੱਕ ਦੂਜੇ ਦੇ ਨਾਲ ਰਹਿਣ ਦਾ ਫੈਸਲਾ ਕਰ ਲਿਆ ਸੀ। ਜੇ ਇਹ ਗੱਲ ਸੀ ਤਾਂ ਤੁਸੀਂ ਇੱਕ ਦੂਜੇ ਨਾਲ ਵਿਆਹ ਕਿਉਂ ਨਹੀਂ ਕੀਤਾ? ਕਿਉਂਕਿ ਤੇਰੇ ਦਾਦਾ ਜੀ ਨੇ ਸਵੀਟਾ ਨਾਲ ਵਿਆਹ ਕਰਨ ਤੋਂ ਮਨ੍ਹਾ ਕੀਤਾ ਸੀ। ਫਿਰ ਮੈਂ ਘਰੋਂ ਭੱਜ ਕੇ ਆਪਣੇ ਮਾਤਾ ਪਿਤਾ ਦੀ ਮਰਜ਼ੀ ਤੋਂ ਬਿਨਾਂ ਸਵੀਟਾ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਪਰ ਉਸ ਸਮੇਂ ਸਵੀਟਾ ਨੇ ਮੇਰਾ ਸਾਥ ਨਹੀਂ ਦਿੱਤਾ। ਉਸਦਾ ਇਹ ਕਹਿਣਾ ਸੀ ਕਿ ਸਾਡੇ ਮਾਤਾ ਪਿਤਾ 'ਤੇ ਸਾਡੇ ਉੱਤੇ ਬਹੁਤ ਅਹਿਸਾਨ ਹਨ। ਸਾਨੂੰ ਉਹਨਾਂ ਦੇ ਅਹਿਸਾਨਾਂ ਦਾ ਸਿਲਾ ਉਹਨਾਂ ਦੇ ਅਰਮਾਨਾਂ ਦਾ ਖੂਨ ਕਰਕੇ ਨਹੀਂ ਦੇਣਾ ਚਾਹੀਦਾ। ਉਹਨਾਂ ਦੀਆਂ ਖੁਸ਼ੀਆਂ ਲਈ ਸਾਨੂੰ ਆਪਣੇ ਪਿਆਰ ਦਾ ਬਲੀਦਾਨ ਕਰਨਾ ਪਵੇਗਾ। ਮੈਂ ਉਦੋਂ ਸਵੀਟਾ ਨੂੰ ਬਹੁਤ ਸਮਝਾਇਆ, ਪਰ ਉਸਨੇ ਨਾ ਸੁਣੀ। ਇਸੇ ਕਰਕੇ ਸਾਨੂੰ ਇੱਕ ਦੂਜੇ ਦੀ ਜ਼ਿੰਦਗੀ ਤੋਂ ਦੂਰ ਜਾਣਾ ਪਿਆ। ਜੇਕਰ ਮੈਂ ਉਸ ਨੂੰ ਕੁਝ ਦਿਨ ਪਹਿਲਾਂ ਇੱਕ ਪਾਰਟੀ ਵਿੱਚ ਨਾ ਮਿਲਿਆ ਹੁੰਦਾ ਤਾਂ ਮੈਂ ਕਦੇ ਵੀ ਉਸ ਨੂੰ ਤੇਰੀ ਮੰਮੀ ਨਹੀਂ ਬਣਾ ਸਕਦਾ ਸੀ। ਸਵੀਟਾ ਦਾ ਇੱਕ ਹੀ ਮੁੰਡਾ ਹੈ ਜਿਸ ਨੂੰ ਸਵੀਟਾ ਦੇ ਤੇਰੀ ਮਾਂ ਬਣਨ ਵਿੱਚ ਕੋਈ ਇਤਰਾਜ਼ ਨਹੀਂ ਹੈ। ਪਰ ਡੈਡੀ, ਮੈਨੂੰ ਇਤਰਾਜ਼ ਹੈ, ਮੈਂ ਸਖਤੀ ਨਾਲ ਕਿਹਾ। ਕਿਉਂ? ਡੈਡੀ ਨੇ ਗੁੱਸੇ ਨਾਲ ਕਿਹਾ। ਕਿਉਂਕਿ ਮੈਂ ਤੁਹਾਡੀ ਜਗ੍ਹਾ ਹੋਰ ਕਿਸੇ ਨੂੰ ਨਹੀਂ ਦੇਣਾ ਚਾਹੁੰਦੀ। ਮੈਨੂੰ ਕੋਈ ਪਰਵਾਹ ਨਹੀਂ, ਡੈਡੀ ਨੇ ਸਖਤੀ ਨਾਲ ਕਿਹਾ। ਤੁਹਾਨੂੰ ਮੇਰੀ ਗੱਲ ਮੰਨਣੀ ਹੀ ਪਵੇਗੀ। ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਤਿਆਰ ਕਰੋ। ਕੁਝ ਹੀ ਦਿਨਾਂ ਵਿੱਚ ਉਹ ਤੁਹਾਡੀ ਮੰਮੀ ਬਣਨ ਜਾ ਰਹੀ ਹੈ। ਉਸ ਵਕਤ ਮੈਨੂੰ ਮੇਰੇ ਡੈਡੀ ਇਨਸਾਨ ਨਹੀਂ ਹੈਵਾਨ ਲੱਗ ਰਹੇ ਸਨ। ਸਵੀਟਾ ਜੀ ਦਾ ਇਕਲੌਤਾ ਪੁੱਤਰ ਵਨੀਤ 2 ਦਿਨ ਪਹਿਲਾਂ ਹੀ ਲੰਡਨ ਤੋਂ ਪਰਤਿਆ ਸੀ, ਇਸ ਲਈ ਉਸ ਨੇ ਪਹਿਲਾਂ ਮੈਨੂੰ ਉਸ ਨਾਲ ਮਿਲਵਾਇਆ। ਵਨੀਤ ਬਾਰੇ ਮੈਂ ਸਿਰਫ ਇੰਨਾ ਹੀ ਕਹਿ ਸਕਦੀ ਹਾਂ ਕਿ ਉਹ ਮੇਰੇ ਸੁਪਨਿਆਂ ਦਾ ਰਾਜਕੁਮਾਰ ਹੈ। ਮੈਂ ਆਪਣੇ ਜੀਵਨ ਸਾਥੀ ਦੀ ਜੋ ਕਲਪਨਾ ਕੀਤੀ ਸੀ ਉਹ ਬਿਲਕੁਲ ਉਸ ਵਰਗਾ ਸੀ। ਕਿੰਨੀ ਅਜੀਬ ਗੱਲ ਹੈ, ਜਿਸ ਬਾਪ ਨੂੰ ਵਿਆਹ ਦੀ ਉਮਰ ਦੀ ਦਹਿਲੀਜ਼ 'ਤੇ ਖੜ੍ਹੇ ਆਪਣੇ ਬੱਚੀ ਦੇ ਹੱਥ ਪੀਲੇ ਕਰਨ ਬਾਰੇ ਸੋਚਣਾ ਚਾਹੀਦਾ ਹੈ, ਉਹ ਪਿਤਾ ਆਪਣੇ ਸਵਾਰਥ ਲਈ ਆਪਣੇ ਬੱਚੀ ਦੀਆਂ ਖੁਸ਼ੀਆਂ ਨੂੰ ਮਾਰ ਕੇ ਸਿਰ 'ਤੇ ਸਿਹਰਾ ਬੰਨ੍ਹਣ ਬਾਰੇ ਸੋਚ ਰਿਹਾ ਹੈ। ਅੱਜ ਸਵੀਟਾ ਜੀ ਮੈਨੂੰ ਆਪਣੇ ਨਾਲ ਖਰੀਦਦਾਰੀ ਲਈ ਲੈ ਗਈ। ਮੈਂ ਉਹਨਾਂ ਨਾਲ ਨਹੀਂ ਜਾਣਾ ਚਾਹੁੰਦੀ ਸੀ, ਪਰ ਪਿਤਾ ਜੀ ਦੇ ਕਹਿਣ 'ਤੇ ਮੈਨੂੰ ਉਹਨਾਂ ਨਾਲ ਜਾਣਾ ਪਿਆ। ਖਰੀਦਦਾਰੀ ਕਰਦੇ ਸਮੇਂ ਜਦੋਂ ਸਵੀਟਾ ਜੀ ਨੇ ਨਵੀਂ ਨਵੇਲੀ ਦੁਲਹਨ ਦੇ ਗਹਿਣੇ ਤੇ ਕੱਪੜੇ ਖਰੀਦੇ ਤਾਂ ਮੈਨੂੰ ਉਸ ਨਾਲ ਹੋਰ ਵੀ ਨਫ਼ਰਤ ਹੋਣ ਲੱਗੀ। ਮੈਂ ਮਨ ਹੀ ਮਨ ਫੈਸਲਾ ਕਰ ਲਿਆ ਅਤੇ ਆਪਣੀ ਡਾਇਰੀ ਵਿੱਚ ਲਿਖ ਦਿੱਤਾ ਕਿ ਜਿਸ ਦਿਨ ਮੇਰਾ ਡੈਡੀ ਸਿਹਰਾ ਆਪਣੇ ਮੱਥੇ 'ਤੇ ਬੰਨੇਗਾ, ਉਸੇ ਦਿਨ ਇਸ ਘਰ ਤੋਂ ਮੇਰੀ ਅਰਥੀ ਉੱਠੇਗੀ। ਅੱਜ ਮੈਨੂੰ ਆਪਣੇ ਨਸੀਬ 'ਤੇ ਰੋਣਾ ਆ ਰਿਹਾ ਹੈ ਤੇ ਹਾਸਾ ਵੀ, ਕਿਉਂਕਿ ਜੋ ਮੈਂ ਸੋਚਿਆ ਉਹ ਹੋਇਆ ਨਹੀਂ ਅਤੇ ਜੋ ਮੈਂ ਨਹੀਂ ਸੋਚਿਆ ਉਹ ਹੋਇਆ। ਮੈਨੂੰ ਪਤਾ ਲੱਗਾ ਸੀ ਕਿ ਡੈਡੀ ਨੇ ਅਗਲੇ ਦਿਨ 10 ਅਕਤੂਬਰ ਨੂੰ ਸਵੀਟਾ ਨੂੰ ਮੇਰੀ ਮਾਂ ਬਣਾਉਣ ਦਾ ਫੈਸਲਾ ਕਰਨਾ ਸੀ ਅਤੇ ਇਹ ਵਿਆਹ ਗਿਣੇ ਚੁਣੇ ਲੋਕਾਂ ਦੇ ਵਿਚਕਾਰ ਬਹੁਤ ਸਾਦਾ ਹੋਣਾ ਸੀ। 10 ਅਕਤੂਬਰ ਦੀ ਸਵੇਰ ਹੁੰਦਿਆਂ ਹੀ ਮੈਂ ਖੁਦਕੁਸ਼ੀ ਕਰਨ ਦੀ ਪੂਰੀ ਤਿਆਰੀ ਕਰ ਲਈ ਸੀ। ਮੈਂ ਸੋਚਿਆ ਸੀ ਕਿ ਡੈਡੀ ਸਵੀਟਾ ਆਂਟੀ ਨਾਲ ਜਦੋਂ ਵਿਆਹ ਕਰਵਾਉਣਗੇ, ਮੈਂ ਆਪਣੇ ਕਮਰੇ ਵਿੱਚ ਆ ਕੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਵਾਂਗੀ। ਦੁਪਹਿਰ ਨੂੰ ਜਦੋਂ ਮੈਂ ਕਮਰੇ ਵਿੱਚ ਉਦਾਸ ਬੈਠੀ ਸੀ ਤਾਂ ਮਾਸੀ ਕੁਝ ਸਮਾਨ ਲੈ ਕੇ ਅੰਦਰ ਆਈ ਤੇ ਧੀਮੀ ਆਵਾਜ਼ ਵਿੱਚ ਕਿਹਾ, ਇਹ ਕੱਪੜੇ ਤੁਹਾਡੇ ਡੈਡੀ ਦੀ ਪਸੰਦ ਦੇ ਨੇ, ਤੁਸੀਂ ਜਲਦੀ ਇਹ ਕੱਪੜੇ ਪਹਿਨ ਕੇ ਹੇਠਾਂ ਆ ਜਾਓ। ਇਸ ਤੋਂ ਪਹਿਲਾਂ ਕਿ ਮੈਂ ਮਾਸੀ ਨੂੰ ਕੁਝ ਪੁੱਛਦੀ, ਉਹ ਕਮਰੇ ਤੋਂ ਬਾਹਰ ਚਲੀ ਗਈ ਅਤੇ ਕੁਝ ਕੁੜੀਆਂ ਕਮਰੇ ਵਿੱਚ ਆਈਆਂ ਅਤੇ ਮੈਨੂੰ ਸ਼ਿੰਗਾਰਨ ਲੱਗ ਪਈਆਂ। ਥੋੜ੍ਹੀ ਦੇਰ ਬਾਅਦ ਜਦੋਂ ਡਰਾਇੰਗ ਰੂਮ ਵਿੱਚ ਕਦਮ ਰੱਖਿਆ ਤਾਂ ਉੱਥੇ ਬਹੁਤ ਸਾਰੇ ਮਹਿਮਾਨ ਬੈਠੇ ਸਨ। ਮਹਿਮਾਨਾਂ ਦੀ ਗਹਿਮਾ ਗਹਿਮੀ ਦੇਖ ਕੇ ਮੈਨੂੰ ਕੁਝ ਸਮਝ ਨਾ ਆਇਆ। ਮੈਂ ਅਜੇ ਸੋਫੇ 'ਤੇ ਬੈਠੀ ਹੀ ਸੀ ਕਿ ਸਵੀਟਾ ਜੀ ਉੱਥੇ ਆ ਗਏ। ਉਹਨਾਂ ਨਾਲ ਵਨੀਤ ਨਹੀਂ ਸੀ ਆਇਆ। ਸਵੀਟਾ ਜੀ ਨੇ ਡੈਡੀ ਤੋਂ ਪੁੱਛਿਆ, ਇਜਾਜ਼ਤ ਹੈ? ਹਾਂ, ਇਹ ਤੁਹਾਡੀ ਅਮਾਨਤ ਹੈ, ਇਸ ਨੂੰ ਸੰਭਾਲ ਕੇ ਰੱਖਣਾ, ਡੈਡੀ ਭਾਵੁਕ ਹੋ ਕੇ ਬੋਲੇ। ਉਸੇ ਵੇਲੇ ਵਨੀਤ ਵੀ ਆ ਗਿਆ ਜੋ ਲਾੜਾ ਬਣਿਆ ਹੋਇਆ ਸੀ। ਮੇਰਾ ਸਿਰ ਘੁੰਮ ਗਿਆ। ਮੈਂ ਘਬਰਾਹਟ ਭਰੀਆਂ ਨਜ਼ਰਾਂ ਨਾਲ ਡੈਡੀ ਵੱਲ ਦੇਖਿਆ ਤਾਂ ਉਹ ਮੇਰੇ ਨੇੜੇ ਆ ਕੇ ਬੋਲੇ, ਮੈਂ ਤੈਨੂੰ ਕਿਹਾ ਸੀ ਨਾ ਕਿ ਮੈਂ ਸਵੀਟਾ ਜੀ ਨੂੰ ਤੇਰੀ ਮਾਂ ਬਣਾਵਾਂਗਾ। ਅੱਜ ਤੋਂ ਸਵੀਟਾ ਆਂਟੀ ਹੀ ਤੇਰੀ ਮਾਂ ਹੈ, ਉਹਨਾਂ ਨੂੰ ਹਮੇਸ਼ਾ ਖੁਸ਼ ਰੱਖਣਾ। ਅਚਾਨਕ ਇਹ ਸਭ ਦੇਖ ਕੇ ਮੈਂ ਡੈਡੀ ਨੂੰ ਜੱਫੀ ਪਾ ਲਈ ਅਤੇ ਫੁੱਟ ਕੇ ਰੋਣ ਲੱਗ ਪਈ। ਇਸ ਤੋਂ ਬਾਅਦ ਮੇਰਾ ਵਨੀਤ ਨਾਲ ਵਿਆਹ ਹੋ ਗਿਆ ਅਤੇ ਮੈਂ ਵਨੀਤ ਦੀ ਹਮਸਫ਼ਰ ਤੇ ਸਵੀਟਾ ਜੀ ਦੀ ਬੇਟੀ ਬਣ ਗਈ। ਦੋਸਤੋ, ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ। ਧੰਨਵਾਦ।